ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਪੰਕਜ ਕਪਾਹੀ ਔਰ ਅੱਜ ਸਾਡੇ ਨਾਲ ਖਾਸ ਮਹਿਮਾਨ ਨੇ ਪੰਜਾਬ ਦੇ ਮੁੱਖ ਸਕੱਤਰ ਵਿੰਨੀ ਮਹਾਜਨ। ਵਿੰਨੀ ਮਹਾਜਨ ਪੰਜਾਬ ਦੇ ਪਹਿਲੇ ਮਹਿਲਾ ਮੁੱਖ ਸਕੱਤਰ ਬਣੇ ਨੇ ਔਰ ਅੱਜ ਇਹਨਾਂ ਤੋਂ ਜਾਣਾਂਗੇ ਕਿ ਪੰਜਾਬ ਦਾ ਰੋਡ ਮੈਪ ਕੀ ਹੈ ਔਰ ਕਿੰਨਾ ਚੈਲੰਜ ਉਹਨਾਂ ਦੇ ਸਾਹਮਣੇ ਰਹਿਣ ਵਾਲਾ ਹੋਇਆ ਜਦੋਂ ਕਰੋਨਾ ਕਾਲ ਦੇ ਵਿੱਚ ਉਹਨਾਂ ਨੇ ਅਹਿਮ ਜ਼ਿੰਮੇਵਾਰੀ ਸੰਭਾਲੀ ਹੈ। ਮੈਮ ਬਹੁਤ ਬਹੁਤ ਮੁਬਾਰਕਾਂ, ਪਹਿਲੇ ਮਹਿਲਾ ਤੁਸੀਂ ਮੁੱਖ ਸਕੱਤਰ ਬਣੇ ਔਰ ਕਿੰਨਾ ਚੈਲੰਜ ਇਸ ਵੇਲੇ ਤੁਹਾਡੇ ਸਾਹਮਣੇ ਰਹਿਣ ਵਾਲਾ ਹੈ ਕਰੋਨਾ ਕਾਲ ਦੇ ਵਿੱਚ। ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਔਰ ਤੁਹਾਨੂੰ ਔਰ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ। ਕਰੋਨਾ ਦਾ ਕ੍ਰਾਈਸਿਸ ਤਾਂ ਪੂਰੀ ਦੁਨੀਆ 'ਤੇ ਹੀ ਇੱਕ ਬਹੁਤ ਹੀ ਵੱਡਾ ਕ੍ਰਾਈਸਿਸ ਬਣਿਆ ਹੋਇਆ ਹੈ, ਹਿੰਦੁਸਤਾਨ ਦੇ ਉੱਪਰ, ਪੰਜਾਬ ਦੇ ਉੱਪਰ ਵੀ। ਪੰਜਾਬ 'ਚ ਸਾਡੀ ਖੁਸ਼ਕਿਸਮਤੀ ਰਹੀ ਹੈ ਕਿ ਬੜੇ ਅੱਛੇ ਫੈਸਲੇ ਸਮੇਂ 'ਤੇ ਲਿੱਤੇ ਗਏ, ਜਿਨ੍ਹਾਂ ਕਰਕੇ ਅੱਜ ਅਸੀਂ ਕਹਿ ਸਕਦੇ ਹਾਂ ਕਿ ਬਾਕੀ ਦੇਸ਼ ਦੇ ਮੁਕਾਬਲੇ ਪੰਜਾਬ ਦੇ ਵਿੱਚ ਹਾਲਾਤ ਬਹੁਤ ਬਿਹਤਰ ਨੇ। ਸੋ ਇਹ ਤਾਂ ਲੋਕਾਂ ਦੀ ਇੱਕ ਕਾਮਯਾਬੀ ਹੈ ਜੋ ਹੁਣ ਤੱਕ ਸਾਡਾ ਸੂਬਾ ਬਚਿਆ ਹੈ ਔਰ ਮੈਂ ਸਮਝਦੀ ਹਾਂ ਕਿ ਲੋਕਾਂ ਦੀ ਕਾਮਯਾਬੀ ਹੋਏਗੀ ਅਗਰ ਇਵੇਂ ਹੀ ਅਸੀਂ ਬਚੇ ਰਹੇ। ਜਦੋਂ ਤੋਂ ਲੋਕਡਾਊਨ ਖੁੱਲ੍ਹਿਆ, ਢਿੱਲ ਦਿੱਤੀ, ਲੋਕ ਜ਼ਿਆਦਾ ਬਾਹਰ ਨਿਕਲ ਰਹੇ ਨੇ ਔਰ ਉਸੇ ਦਾ ਨਤੀਜਾ ਅਸੀਂ ਦੇਖ ਰਹੇ ਹਾਂ ਕਿ ਦੇਸ਼ ਭਰ ਦੇ ਵਿੱਚ ਕੇਸਿਸ ਹੁਣ ਹਜ਼ਾਰਾਂ ਦੇ ਹਿਸਾਬ ਨਾਲ ਆਉਣੇ ਸ਼ੁਰੂ ਹੋ ਗਏ। ਪੰਜਾਬ 'ਚ ਵੀ ਲਗਾਤਾਰ ਕੇਸਿਸ ਵੱਧ ਰਹੇ। ਕੀ ਪੰਜਾਬ 'ਚ ਦੁਬਾਰਾ ਲੋਕਡਾਊਨ ਲੱਗ ਸਕਦਾ ਹੈ ਜਾਂ ਫਿਰ ਜਿਵੇਂ ਵੀਕਐਂਡ ਲੋਕਡਾਊਨ ਲੱਗਿਆ ਹੋਇਆ ਜਾਂ ਡੀਸੀ ਨੂੰ ਪਾਵਰ ਦਿੱਤੀ ਹੋਈ ਹੈ ਕਿ ਉਹ ਸਿਚੁਏਸ਼ਨ ਦੇਖਣ, ਉਸੇ ਹਿਸਾਬ ਨਾਲ ਫੈਸਲਾ ਲਿੱਤਾ ਜਾਏਗਾ? ਇਸ ਤਰ੍ਹਾਂ ਹੈ ਕਿ ਲੋਕਡਾਊਨ ਜਦੋਂ ਕੀਤਾ ਗਿਆ ਸੀ ਉਦੋਂ ਇਹ ਬਿਮਾਰੀ ਨਵੀਂ ਆਈ ਸੀ ਔਰ ਲੋਕਾਂ ਨੂੰ ਖਾਸ ਤੌਰ 'ਤੇ ਹਰ ਮੁਹੱਲੇ ਦੇ ਵਿੱਚ, ਹਰ ਪਿੰਡ ਦੇ ਵਿੱਚ ਇਸ ਦੇ ਬਾਰੇ ਜਾਣਕਾਰੀ ਨਹੀਂ ਸੀ। ਸੋ ਉਦੋਂ ਜ਼ਰੂਰੀ ਸੀ ਕਿ ਇੱਕਦਮ ਪੂਰਾ ਦਾ ਪੂਰਾ ਸੋਸ਼ਲਾਈਜ਼ਿੰਗ, ਮਿਲਣਾ ਜੁਲਣਾ ਇਹਨੂੰ ਰੋਕ ਦਿੱਤਾ ਜਾਵੇ ਤਾਂ ਕਿ ਇੱਕ ਦੂਸਰੇ ਤੋਂ ਸਪਰੈਡ ਨਾ ਕਰੇ। ਜਿਵੇਂ ਜਿਵੇਂ ਹੁਣ ਜਾਣਕਾਰੀ ਬਣੀ ਹੈ ਔਰ ਟੀਵੀ ਚੈਨਲਾਂ ਰਾਹੀਂ, ਹੋਰ ਤਰੀਕਿਆਂ ਰਾਹੀਂ ਲੋਕਾਂ ਤੱਕ ਗੱਲਾਂ ਪਹੁੰਚ ਰਹੀਆਂ ਨੇ, ਸਾਡੀ ਆਸ ਹੈ ਕਿ ਲੋਕ ਇਸ ਨੂੰ ਗੰਭੀਰਤਾ ਨਾਲ ਲੈਣਗੇ। ਅਗਰ ਲੋਕ ਗੰਭੀਰਤਾ ਨਾਲ ਲੈ ਕੇ ਪਰਹੇਜ਼ ਕਰਦੇ ਰਹੇ ਤਾਂ ਇਹ ਸਾਡੇ ਸਾਰਿਆਂ ਦੇ ਹਿੱਤ ਵਿੱਚ ਹੈ ਕਿ ਸਖਤੀ ਨਾ ਕਰਨੀ ਪਏ, ਕਰਫਿਊ, ਲੋਕਡਾਊਨ ਨਾ ਲਗਾਉਣਾ ਪਏ, ਕਿਉਂਕਿ ਇਹ ਲਗਾਉਣ ਦੇ ਨਾਲ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਨੌਕਰੀਆਂ 'ਤੇ ਅਸਰ ਪਿਆ ਹੈ, ਸਾਡੀ ਇਕੋਨਮੀ 'ਤੇ ਅਸਰ ਪਿਆ ਹੈ, ਰਾਜ ਸਰਕਾਰ ਦੇ ਵਸੀਲਿਆਂ 'ਤੇ ਅਸਰ ਪਿਆ ਹੈ ਔਰ ਉਹਦਾ ਅਸਰ ਕਈ ਤਰੀਕੇ ਦੇ ਨਾਲ ਮੰਦਭਾਗਾ ਹੋਏਗਾ, ਇਸ ਤੋਂ ਕੋਈ ਦੋ ਰਾਏ ਨਹੀਂ ਹੈ। ਸੋ ਅਗਰ ਲੋਕਾਂ ਨੇ ਜ਼ਿੰਮੇਵਾਰੀ ਸਮਝੀ, ਜਿਹੜੀ ਮੈਨੂੰ ਪੂਰੀ ਆਸ ਹੈ ਕਿ ਉਹ ਸਮਝਣਗੇ, ਤਾਂ ਸਾਨੂੰ ਮੁੜ ਕੇ ਕਰਫਿਊ ਨਹੀਂ ਲਗਾਉਣਾ ਪਏਗਾ। ਲੇਕਿਨ ਪੰਜਾਬ ਦੇ ਲੋਕਾਂ ਨੂੰ, ਪੰਜਾਬ ਨੂੰ ਬਚਾਉਣ ਖਾਤਰ, ਜਾਨਾਂ ਨੂੰ ਬਚਾਉਣ ਖਾਤਰ ਜੋ ਵੀ ਜ਼ਰੂਰੀ ਸਮਝਿਆ ਜਾਏਗਾ ਕੀਤਾ ਜਾਏਗਾ। ਇਸ ਵੇਲੇ ਸਾਡੀ ਕੋਸ਼ਿਸ਼ ਇਹ ਹੈ ਕਿ ਜਿੱਥੇ ਕੋਈ ਪੋਜ਼ੀਟਿਵ ਕੇਸ ਨਿਕਲੇ ਉੱਥੇ ਬੜੇ ਹੀ ਛੇਤੀ ਸਾਰੇ ਕੰਟੈਕਟ ਉਸ ਪੋਜ਼ੀਟਿਵ ਵਿਅਕਤੀ ਦੇ ਪਤਾ ਕਰ ਲਏ ਜਾਣ, ਉਹਨਾਂ ਨੂੰ ਟੈਸਟ ਕਰ ਲਿਆ ਜਾਵੇ। ਅਗਰ ਉਹਨਾਂ ਵਿੱਚੋਂ ਕੋਈ ਪੋਜ਼ੀਟਿਵ ਹੈ ਤਾਂ ਉਹਨਾਂ ਨੂੰ ਆਈਸੋਲੇਸ਼ਨ ਔਰ ਇਲਾਜ ਲੋੜੀਂਦਾ ਦੇ ਦਿੱਤਾ ਜਾਵੇ ਔਰ ਮਾਈਕਰੋ ਕੰਟੇਨਮੈਂਟ ਕਰਤੀ ਜਾਏ। ਵੱਡੇ ਵੱਡੇ ਇਲਾਕੇ ਬੰਦ ਕਰਨ ਨਾਲੋਂ ਜਿੱਥੇ ਜਿਸ ਗਲੀ ਦੇ ਵਿੱਚ, ਜਿਸ ਪਿੰਡ ਦੇ, ਸ਼ਹਿਰ ਦੇ ਕਿਤੇ ਵਾਰਡ ਦੇ ਵਿੱਚ, ਛੋਟੇ ਏਰੀਆਜ਼ ਦੇ ਵਿੱਚ, ਮੁਹੱਲਿਆਂ ਦੇ ਵਿੱਚ, ਉੱਥੇ ਫੋਕਸ ਕਰਕੇ ਕੰਟੇਨਮੈਂਟ ਕੀਤੀ ਜਾਵੇ। ਕੋਈ ਰਿਪੋਰਟ ਹੈ ਕਿ ਕਦੋਂ ਤੱਕ ਪੀਕ ਤੇ ਪੰਜਾਬ 'ਚ ਆ ਸਕਦਾ? ਅਸੀਂ ਦਿੱਲੀ ਦੀਆਂ ਤਸਵੀਰਾਂ ਦੇਖੀਆਂ, ਦਿੱਲੀ ਦੀ ਹਾਲਤ ਇਸ ਵੇਲੇ ਬੇਹੱਦ ਖਰਾਬ ਹੈ। ਕੇਂਦਰ ਸਰਕਾਰ ਉੱਥੇ ਇਸ ਵੇਲੇ ਆਪਣੀ ਪੂਰੀ ਜ਼ਰੂਰਤਾਂ ਦੇ ਹਿਸਾਬ ਨਾਲ ਕੰਮ ਕਰ ਰਹੀ ਹੈ। ਪੰਜਾਬ 'ਚ ਕੋਈ ਉਮੀਦ ਹੈ ਕਦੋਂ ਤੱਕ ਪੀਕ ਤੇ ਆ ਸਕਦਾ ਹੈ ਕਰੋਨਾ ਦਾ ਜਿਹੜਾ ਕਾਲ ਹੈ ਔਰ ਇਸ ਦੇ ਨਾਲ ਕਿੰਨੇ ਕੇਸ ਜਿਹੜੇ ਆ ਪੰਜਾਬ 'ਚ, ਕੋਈ ਇਸ ਤਰੀਕੇ ਦੀ ਰਿਪੋਰਟ ਆ ਰਹੀ ਹੈ ਕਿ ਇੰਨੇ ਕੇਸਿਸ ਪੰਜਾਬ 'ਚ ਆ ਸਕਦੇ? ਅਸੀਂ ਜੋ ਸਮੇਂ 'ਤੇ ਰਿਵਿਊ ਕਰਦੇ ਰਹੇ ਹਾਂ ਹੁਣ ਕੁਝ ਮਹੀਨਿਆਂ ਤੋਂ, ਉਸ ਤੋਂ ਇੱਕ ਚੀਜ਼ ਬਿਲਕੁਲ ਸਪਸ਼ਟ ਹੈ ਕਿ ਅਗਰ ਕੁਛ ਨਾ ਕਰੋਗੇ ਤਾਂ ਪੀਕ ਜ਼ਰੂਰ ਆਏਗੀ, ਪੀਕ ਜਲਦੀ ਆਏਗੀ ਔਰ ਪੀਕ ਕਾਫੀ ਵੱਡੀ ਹੋਏਗੀ। ਲੇਕਿਨ ਜਿਵੇਂ ਸਰਕਾਰ ਉਪਰਾਲੇ ਕਰਦੀ ਹੈ ਔਰ ਜਿੱਥੇ ਲੋਕਾਂ ਦਾ ਹੁੰਗਾਰਾ ਮਿਲਦਾ ਹੈ ਉੱਥੇ ਪੀਕ ਲੇਟ ਹੋਈ ਜਾਂਦੀ ਹੈ, ਪੀਕ ਨੀਵੀਂ ਹੋਈ ਜਾਂਦੀ ਹੈ, ਲੋਕਾਂ 'ਤੇ ਘੱਟ ਅਸਰ ਪੈਂਦਾ ਹੈ ਔਰ ਚੀਜ਼ਾਂ ਛੇਤੀ ਸੰਭਲ ਜਾਂਦੀਆਂ ਨੇ। ਅੱਜ ਦੀ ਡੇਟ 'ਚ ਜੋ
ਵੱਖ-ਵੱਖ ਇਸ ਮਾਹਰ ਅਦਾਰੇ ਨੇ ਜਿਨ੍ਹਾਂ ਦੇ ਨਾਲ ਪੰਜਾਬ ਸਰਕਾਰ ਗੱਲਬਾਤ ਕਰਦੀ ਹੈ, ਉਹਨਾਂ ਦੇ ਮੁਤਾਬਿਕ ਤਕਰੀਬਨ ਐਂਡ ਅਗਸਤ ਤੱਕ ਹੋ ਸਕਦਾ ਹੈ ਪੀਕ ਆਏ। ਲੇਕਿਨ ਉਹ ਵੀ ਇਹੀ ਕਹਿੰਦੇ ਨੇ ਕਿ ਅਗਰ ਪੰਜਾਬ ਦੇ ਲੋਕਾਂ ਨੇ ਇਸ ਪ੍ਰੋਬਲਮ ਦੀ ਗੰਭੀਰਤਾ ਨੂੰ ਸਮਝਦੇ ਹੋਏ ਜ਼ਿੰਮੇਵਾਰੀ ਦੇ ਨਾਲ ਇਸ ਨੂੰ ਟੈਕਲ ਕੀਤਾ ਤਾਂ ਉਹ ਹੋਰ ਅੱਗੇ ਚਲੀ ਜਾਏਗੀ, ਘਟ ਜਾਏਗੀ। ਸੋ ਪ੍ਰੋਜੈਕਸ਼ਨ ਲਾਪਰਵਾਹੀ ਵਾਲੀ ਸਿਚੁਏਸ਼ਨ ਦੇ ਅੱਡ ਨੇ, ਜ਼ਿੰਮੇਵਾਰੀ ਵਾਲੀ ਸਿਚੁਏਸ਼ਨ ਦੇ ਅੱਡ ਨੇ। ਮੈਂ ਐਟਲੀਸਟ ਇਹ ਪੂਰਾ ਵਿਸ਼ਵਾਸ ਕਰਦੀ ਹਾਂ ਕਿ ਪੰਜਾਬ ਦੇ ਲੋਕ ਬਹੁਤ ਹੀ ਸੂਝਵਾਨ, ਬਹੁਤ ਹੀ ਸਮਝਦਾਰ ਲੋਕ ਨੇ। ਹੁਣ ਤੱਕ ਉਹਨਾਂ ਨੇ ਆਮ ਤੌਰ ਤੇ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਔਰ ਜੋ ਪੀਕ, ਜੋ ਲਾਪਰਵਾਹੀ ਵਾਲੀ ਪੀਕ ਹੈ, ਉਸ ਪੀਕ ਤੇ ਪੰਜਾਬ ਨੂੰ ਨਹੀਂ ਪਹੁੰਚਣ ਦੇਣਗੇ। ਇੱਕ ਦੂਸਰੇ ਦੇ ਉੱਪਰ ਥੋੜ੍ਹਾ ਜਿਹਾ ਦਬਾਅ ਬਣਾ ਕੇ ਰੱਖਣਗੇ ਕਿ ਉਹ ਇਹ ਜ਼ਿੰਮੇਵਾਰੀ ਦਿਖਾਉਣ ਔਰ ਅਸੀਂ ਜੋ ਛੋਟੀ ਪੀਕ, ਲੇਟ ਪੀਕ ਵਾਲੇ ਰਸਤੇ ਚੱਲਾਂਗੇ। ਮੁੱਖ ਮੰਤਰੀ ਨੇ ਅੱਜ ਪਲਾਜ਼ਮਾ ਬੈਂਕ ਦਾ ਜ਼ਿਕਰ ਕੀਤਾ। ਪਲਾਜ਼ਮਾ ਬੈਂਕ ਕੀ ਹੈ, ਕਿਸ ਤਰੀਕੇ ਦੇ ਨਾਲ ਇਸ ਦਾ ਕੀ ਰੋਡਮੈਪ ਹੈ ਔਰ ਇਸ ਦੇ ਫਾਇਦੇ ਕੀ ਨੇ? ਪੰਜਾਬ ਨੂੰ ਬਹੁਤ ਹੀ, ਮੈਂ ਜਿਵੇਂ ਕਿਹਾ ਕਿ ਬਹੁਤ ਅੱਛੇ ਫੈਸਲੇ ਸਰਕਾਰ ਨੇ ਲਏ। ਉਹਨਾਂ ਫੈਸਲਿਆਂ ਵਿੱਚੋਂ ਸ਼ੁਰੂ ਦੇ ਵਿੱਚ ਹੀ ਮੁੱਖ ਮੰਤਰੀ ਸਾਹਿਬ ਨੇ ਮਾਹਰ ਡਾਕਟਰ ਸਾਡੇ ਨਾਲ ਜੋੜੇ। ਡਾਕਟਰ ਕੇ ਤਲਵਾੜ ਨੇ ਜਿਹੜੇ ਕਿ PGI ਦੇ ਵੀ ਡਾਇਰੈਕਟਰ ਰਹੇ ਨੇ, ਮੈਡੀਕਲ ਕਾਉਂਸਲ ਦੇ ਚੇਅਰਮੈਨ ਰਹੇ ਨੇ। ਡਾਕਟਰ ਰਾਜ ਬਹਾਦਰ ਨੇ ਜਿਹੜੇ ਵਾਈਸ ਚਾਂਸਲਰ ਨੇ ਬਾਬਾ ਫਰੀਦ ਯੂਨੀਵਰਸਿਟੀ ਦੇ। ਡਾਕਟਰ ਰਾਜੇਸ਼ ਕੁਮਾਰ ਨੇ ਜਿਹੜੇ ਹੈੱਡ ਆਫ ਡਿਪਾਰਟਮੈਂਟ PGI ਦੇ ਪਬਲਿਕ ਹੈਲਥ ਦੇ ਸੀ। ਸੋ ਇਹ ਡਾਕਟਰ ਔਰ ਇਹਨਾਂ ਨੇ ਆਪਣੇ ਨਾਲ ਜੋੜੇ ਹੋਰ ਕਈ ਮਾਹਰ ਵੱਖ-ਵੱਖ ਡਿਸਪਲਿਨਸ ਦੇ। ਸੋ ਇਹਨਾਂ ਨੇ ਪੰਜਾਬ ਦੇ ਵਿੱਚ ਜਿੱਥੇ ਵੀ ਜੋ ਵੀ ਬੈਸਟ ਲੇਟੈਸਟ ਇਲਾਜ ਚੱਲ ਰਿਹਾ ਹੈ ਕੋਵਿਡ ਦਾ, ਉਹ ਲੈ ਕੇ ਆਤਾ। ਜਿਵੇਂ ਕਿ ਪਲਾਜ਼ਮਾ ਥੈਰੇਪੀ ਇੱਕ ਨਵੀਂ ਚੀਜ਼ ਸੀ, ਲੇਕਿਨ ਇਸ ਦੇ ਬੜਾ ਪ੍ਰੋਮਿਸਿੰਗ ਸੀ ਕਿ ਇਸ ਦੇ ਨਾਲ ਸੀਰੀਅਸ ਕੇਸਾਂ ਦੇ ਵਿੱਚ ਜਾਨ ਬਚ ਸਕਦੀ ਹੈ। ਸੋ ਇਹਨਾਂ ਨੇ, ਡਾਕਟਰ ਤਲਵਾੜ ਨੇ, ਸਾਡੇ ਜਿਹੜੇ ਸਾਰੇ ਮੈਡੀਕਲ ਕਾਲਜਸ ਨੇ, ਇਹ ਸਾਰੇ ਜਣੇ ਰਲ ਮਿਲ ਕੇ ਇੱਕ ਇਹਨਾਂ ਨੇ ICMR ਤੋਂ ਅਪਰੂਵ ਕਰਵਾਇਆ ਹੈ ਪਲਾਜ਼ਮਾ ਥੈਰੇਪੀ ਦਾ ਟ੍ਰਾਇਲ ਔਰ ਉਹਦੇ ਚੱਲਦੇ ਪੇਸ਼ੈਂਟਸ ਨੂੰ ਇਹ ਦਿੱਤਾ ਜਾ ਰਿਹਾ ਪਲਾਜ਼ਮਾ ਟ੍ਰੀਟਮੈਂਟ ਔਰ ਇਹਦੇ ਬੜੇ ਅੱਛੇ 5 ਜਾਨਾਂ ਬਚੀਆਂ ਨੇ ਪਲਾਜ਼ਮਾ ਥੈਰੇਪੀ ਦੇ ਨਾਲ ਆਲਰੇਡੀ। ਸੋ ਅਸੀਂ ਸੋਚਿਆ ਕਿ ਅਸੀਂ ਹੁਣੇ ਤੋਂ ਹੀ ਇੱਕ ਬੈਂਕ ਤਿਆਰ ਕਰ ਲਈਏ ਜਿਹਦੇ ਵਿੱਚ ਅਸੀਂ ਸਾਰੇ ਉਹਨਾਂ ਆਪਣੇ ਜਿਹੜੇ ਟ੍ਰੀਟਡ ਲੋਕ ਨੇ ਉਹਨਾਂ ਨੂੰ ਰਿਕੁਐਸਟ ਕਰਾਂਗੇ ਕਿ ਆਪਣਾ ਪਲਾਜ਼ਮਾ ਦੇਣ। ਉਹਨਾਂ ਨਾਲ ਇਹ ਅਜਿਹਾ ਕਰਨ ਨਾਲ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੈ। ਆਪਣੇ ਕੋਲ ਬੈਂਕ ਤਿਆਰ ਹੋਏਗਾ ਤਾਂ ਕਿ ਕੋਈ ਵੀ ਮਰੀਜ਼ ਜਿਸ ਨੂੰ ਲੋੜ ਪਏ ਉਹਨੂੰ ਦਿੱਤਾ ਜਾ ਸਕਦਾ ਹੈ। ਇਹ ਇੱਕ ਸੌਖੀ ਜਿਹੀ ਚੀਜ਼ ਲੱਗਦੀ ਹੈ, ਲੇਕਿਨ ਤੁਸੀਂ ਸਮਝ ਸਕਦੇ ਹੋ ਕਿ ਬੜੀ ਕੰਪਲੈਕਸ ਚੀਜ਼ ਹੈ। ਤੇ ਇਸ ਦੇ ਵਾਸਤੇ ਡਾਕਟਰ ਤਲਵਾੜ ਨੇ ਉਚੇਚੇ ਤੌਰ ਤੇ ਰਿਕੁਐਸਟ ਕੀਤੀ। ਇੱਕ ਪ੍ਰੋਫੈਸਰ ਹੈੱਡ ਆਫ ਡਿਪਾਰਟਮੈਂਟ PGI ਤੋਂ ਰਿਟਾਇਰ ਹੋਏ ਨੇ ਡਾਕਟਰ ਮਰਵਾਹਾ, ਬਹੁਤ ਹੀ ਮਾਨੇ ਪਰਵੰਨੇ ਟ੍ਰਾਂਸਫਿਊਜ਼ਨ ਮੈਡੀਸਨ ਦੇ ਐਕਸਪਰਟ ਨੇ। ਸੋ ਉਹਨਾਂ ਦੀ ਗਾਈਡੈਂਸ ਦੇ ਵਿੱਚ ਪਟਿਆਲਾ ਮੈਡੀਕਲ ਕਾਲਜ ਦੇ ਬਲੱਡ ਬੈਂਕ 'ਚ ਪਲਾਜ਼ਮਾ ਦਾ ਕੈਂਪ ਬਣਾਇਆ ਜਾਏਗਾ ਔਰ ਮੈਨੂੰ ਆਸ ਹੈ ਕਿ ਲੋਕ ਵੱਧ ਚੜ੍ਹ ਕੇ ਆਪਣੇ ਖੂਨਦਾਨ ਲਈ ਜਿਹੜੇ ਰਿਕਵਰਡ ਪੇਸ਼ੈਂਟਸ ਨੇ ਆਉਣਗੇ ਔਰ ਉਹਨਾਂ ਦੇ ਪਲਾਜ਼ਮਾ ਦੇ ਨਾਲ ਜਾਨਾਂ ਬਚਣਗੀਆਂ। ਮੈਮ, ਤੁਸੀਂ ਕੇਂਦਰ ਸਰਕਾਰ 'ਚ ਕੰਮ ਕੀਤਾ ਹੈ, ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਦੇ ਵਿੱਚ ਕੰਮ ਕੀਤਾ ਹੈ। ਉਸ ਵੇਲੇ ਦੀ ਸਰਕਾਰ ਔਰ ਇਸ ਵੇਲੇ ਜਦੋਂ ਕਰੋਨਾ ਕਾਲ, ਇੰਡਸਟਰੀ ਬੇਹੱਦ ਸਾਰੀ ਬੰਦ ਪਈ, ਕੋਸ਼ਿਸ਼ ਲਗਾਤਾਰ ਪੰਜਾਬ ਸਰਕਾਰ ਕਰ ਰਹੀ ਹੈ ਔਰ ਜਦੋਂ ਚਾਈਨਾ ਤੋਂ ਦੁਨੀਆ ਜਿਹੜੀ ਹੈ ਵਿਸ਼ਵਾਸ ਖਤਮ ਕਰਦੀ ਹੋਈ ਨਜ਼ਰ ਆ ਰਹੀ ਹੈ, ਪੰਜਾਬ ਕੋਲ ਇੱਕ ਮੌਕਾ ਵਾ। ਪੰਜਾਬ ਕੋਲ ਸਟਾਰਟਅਪ ਦੇ ਤੌਰ ਤੇ ਵੀ ਮੌਕਾ ਹੈ, ਪੰਜਾਬ ਦੇ ਕੋਲ ਮੈਨੂਫੈਕਚਰਿੰਗ ਦੇ ਲਈ ਵੀ ਖਾਸ ਤੌਰ ਤੇ ਮੌਕਾ ਹੈ। ਲੁਧਿਆਣਾ ਦੀ ਗੱਲ ਕੀਤੀ ਜਾਵੇ, ਕੀ ਐਕਸ਼ਨ ਪਲਾਨ ਹੈ ਤਾਂ ਕਿ ਜਿਹੜੀ ਦੁਨੀਆ ਦੀ ਇੰਡਸਟਰੀ ਹੈ ਜਾਂ ਪੰਜਾਬ ਤੋਂ ਇਲਾਵਾ ਜਿਹੜੇ ਦੂਜੇ ਸੂਬੇ ਨੇ ਉੱਥੋਂ ਦੀ ਇੰਡਸਟਰੀ ਉਹ ਪੰਜਾਬ ਦੇ ਵਿੱਚ ਆਵੇ? ਜਦ ਵੀ ਕੋਈ ਇੰਡਸਟਰੀ ਲਗਾਉਣ ਦਾ ਫੈਸਲਾ ਲੈ ਰਿਹਾ ਹੁੰਦਾ ਹੈ ਕੋਈ ਇਨਵੈਸਟਰ, ਤੇ ਖਾਸ ਤੌਰ ਤੇ ਅਗਰ ਉਹ ਬਾਹਰ ਤੋਂ ਹੋਏ ਤਾਂ ਉਹ ਕੁਝ ਚੀਜ਼ਾਂ ਭਾਲਦੇ ਨੇ, ਜਿਵੇਂ ਕਿ ਉਹ ਉਮੀਦ ਕਰਦੇ ਨੇ ਕਿ ਜੋ ਵੀ ਸਰਕਾਰ ਹੈ ਉਹ ਉਹਨਾਂ ਨੂੰ ਵੈਲਕਮ ਕਰੇਗੀ। ਉਹਨਾਂ ਦੇ ਜੋ ਰੈਗੂਲੇਸ਼ਨਸ ਨੇ, ਉਹ ਜੋ ਵੀ ਅਪਰੂਵਲਾਂ ਚਾਹੀਦੀਆਂ ਨੇ ਉਹ ਸੌਖੇ ਤਰੀਕੇ ਨਾਲ ਮਿਲਣਗੀਆਂ। ਪਾਲਿਸੀਜ਼ ਸਰਕਾਰ ਦੀਆਂ ਚੰਗੀਆਂ ਹੋਣਗੀਆਂ। ਸੋ ਇਹ ਕੁਝ ਹਰ ਇੱਕ ਉਮੀਦ ਰੱਖਦਾ ਹੈ। ਪੰਜਾਬ ਸਰਕਾਰ ਨੇ, ਤੁਸੀਂ ਜਾਣਦੇ ਹੋ,
2017 ਦੇ ਵਿੱਚ ਇੱਕ ਬਹੁਤ ਹੀ ਇਨਵੈਸਟਰ ਫ੍ਰੈਂਡਲੀ ਪਾਲਿਸੀ ਲੈ ਕੇ ਆਂਦੀ। ਇਨਵੈਸਟ ਪੰਜਾਬ ਦਾ ਇਦਾਰਾ ਹੈ ਜਿੱਥੇ ਬੜੇ ਅੱਛੇ ਆਫਿਸਰ ਕੋਸ਼ਿਸ਼ਾਂ ਕਰਦੇ ਨੇ ਕਿ ਹਰ ਇਨਵੈਸਟਰ ਨੂੰ ਇਨਵੈਸਟਰ ਫ੍ਰੈਂਡਲੀ ਤਰੀਕੇ ਦੇ ਨਾਲ ਟਰੀਟ ਕੀਤਾ ਜਾਵੇ, ਉਹਨਾਂ ਨੂੰ ਰੈੱਡ ਕਾਰਪਟ ਨਾਲ ਵੈਲਕਮ ਕੀਤਾ ਜਾਵੇ। ਸੋ ਈਜ਼ ਆਫ ਡੂਇੰਗ ਬਿਜ਼ਨਸ 'ਤੇ ਬਹੁਤ ਕੋਸ਼ਿਸ਼ਾਂ ਹੋਈਆਂ ਨੇ ਕਿ ਜੋ ਕਿਤੇ ਅੜਿੱਕੇ ਸੀਗੇ ਜਾਂ ਪੇਨ ਪੁਆਇੰਟਸ ਜਿਹਨੂੰ ਕਹਿੰਦੇ ਆ ਕਿ ਦੇਰੀ ਹੋ ਜਾਂਦੀ ਸੀ, ਖੱਜਲ ਖੁਆਰੀ ਹੁੰਦੀ ਸੀ ਅਪਰੂਵਲਾਂ ਮਿਲਣ 'ਚ, ਉਹ ਸਟ੍ਰੀਮਲਾਈਨ ਹੋ ਜਾਣ, ਆਨਲਾਈਨ ਹੋ ਜਾਣ, ਟਾਈਮ ਬਾਉਂਡ ਹੋ ਜਾਣ। ਸੋ ਜਿੱਥੇ ਇਹ ਸਾਰੇ ਉਪਰਾਲੇ ਕੀਤੇ ਗਏ ਉੱਥੇ ਹਾਲ ਹੀ ਵਿੱਚ ਕਿਉਂਕਿ ਇਹ ਕੋਵਿਡ ਦੇ ਬਾਅਦ ਔਰ ਇਹ ਆਸ ਹੈ ਕਿ ਰੀਲੋਕੇਸ਼ਨ ਕੁਝ ਹੋਏਗੀ ਜੋਗ੍ਰਾਫਿਕ ਕਾਰਨਾਂ ਕਰਕੇ ਕਿ ਇੰਡੀਆ ਦੇ ਵਿੱਚ ਇਨਵੈਸਟਰਸ ਹੋਰ ਆਉਣਗੇ। ਇੱਕ ਚੀਜ਼ ਹੋਰ ਜਿਹੜਾ ਫੋਰਨ ਇਨਵੈਸਟਰ ਖਾਸ ਤੌਰ 'ਤੇ ਦੇਖਦਾ ਉਹ ਚਾਹੁੰਦੇ ਨੇ ਪਲੱਗ ਐਂਡ ਪਲੇ ਫੈਸਿਲਿਟੀ, ਮਤਲਬ ਕਿਤੇ ਕੋਈ ਵੱਡੇ ਸਾਈਜ਼ ਦਾ ਇੰਡਸਟਰੀਅਲ ਏਰੀਆ ਹੋਵੇ ਜਿੱਥੇ ਸਾਰੀਆਂ ਸਹੂਲਤਾਂ ਹੋਣ, ਇਨਫਰਾਸਟ੍ਰਕਚਰ ਹੋਏ, ਬਿਜਲੀ, ਪਾਣੀ, ਨਿਕਾਸ, ਟ੍ਰੀਟਮੈਂਟ ਫੈਸਿਲਿਟੀਜ਼ ਵਗੈਰਾ, ਔਰ ਉੱਥੇ ਇਸ ਕਰਕੇ ਉਹ ਸੌਖੇ ਤਰੀਕੇ ਨਾਲ ਆਉਣ, ਆਪਣਾ ਪਲਾਂਟ ਬਣਾਉਣ ਔਰ ਆਪਣੀ ਮੈਨੂਫੈਕਚਰਿੰਗ ਸ਼ੁਰੂ ਕਰਨ। ਸੋ ਇਹ ਸਾਡੇ ਪੰਜਾਬ ਨੇ ਬਰਸਾਂ ਤੋਂ ਬਣਾ ਰਹੀ ਹੈ ਇੰਡਸਟਰੀਅਲ ਪਾਰਕ ਵਗੈਰਾ, ਲੇਕਿਨ ਹੁਣ ਤੱਕ ਉਹ ਤਕਰੀਬਨ ਵਿਕ ਚੁੱਕੇ ਸੀ ਔਰ ਫਿਰ ਵੀ ਛੋਟੇ ਉਹਦੇ ਪਲਾਟ ਹੁੰਦੇ ਨੇ, ਸਾਈਜ਼ ਛੋਟਾ ਹੁੰਦਾ। ਸੋ ਐਤਕੀ ਪਹਿਲੀ ਵਾਰੀ ਪੰਜਾਬ ਸਰਕਾਰ ਨੇ ਇਹ ਹੰਬਲਾ ਮਾਰਿਆ ਹੈ ਕਿ 3 ਮੈਗਾ ਇੰਡਸਟਰੀਅਲ ਪਾਰਕ ਬਣਾਏ ਜਾਣ। ਮੈਗਾ ਦਾ ਮਤਲਬ ਹਜ਼ਾਰ ਏਕੜ ਦਾ ਇੱਕ ਪਾਰਕ। ਸੋ ਤੁਸੀਂ ਜਾਣਦੇ ਹੋ ਕਿ ਇਸ ਬਾਰੇ ਬਜਟ ਸਪੀਚ ਵਿੱਚ ਵੀ ਇਸ ਬਾਰੇ ਕਿਹਾ ਗਿਆ ਸੀ ਔਰ ਮੈਨੂੰ ਖੁਸ਼ੀ ਹੈ ਕਿ ਜੋ ਬਜਟ ਸਪੀਚ 'ਚ ਕਿਹਾ ਗਿਆ ਆਲਰੇਡੀ ਪੰਜਾਬ ਸਰਕਾਰ ਨੇ ਉਸ ਨੂੰ ਇੰਪਲੀਮੈਂਟ ਕਰ ਦਿੱਤਾ ਹੈ। 2 ਪਾਰਕ ਕੱਲ੍ਹ ਦੀ ਕੈਬਨਿਟ ਮੀਟਿੰਗ 'ਚ ਪ੍ਰਵਾਨ ਹੋਏ ਨੇ। ਬਠਿੰਡਾ ਦਾ ਪਾਰਕ ਪਿਛਲੇ ਹਫਤੇ ਦੀ ਮੀਟਿੰਗ 'ਚ ਪ੍ਰਵਾਨ ਹੋ ਗਿਆ ਸੀ। ਸੋ ਜਿਹੜੀ ਥਰਮਲ ਪਲਾਂਟ ਦੀ ਲੈਂਡ ਹੈ ਬਠਿੰਡੇ, ਉੱਥੇ ਇੱਕ ਇੰਡਸਟਰੀਅਲ ਪਾਰਕ ਬਣਾਇਆ ਜਾਏਗਾ ਜਿਸ 'ਚ ਇੰਡਸਟਰੀ ਨੂੰ ਖਾਸ ਤੌਰ 'ਤੇ ਕੋਸ਼ਿਸ਼ ਹੋ ਰਹੀ ਹੈ ਕਿ ਫਾਰਮਾ ਇੰਡਸਟਰੀ ਨੂੰ ਬੁਲਾਇਆ ਜਾਏ, ਉੱਥੇ ਉਹ ਆਪਣੀ ਇੰਡਸਟਰੀ ਸੈਟਅਪ ਕਰਨ। ਤੋਂ ਦੇਖਦੇ ਹਾਂ ਕਿ ਕਿਸ ਕਿਸਮ ਦਾ ਇੰਡਸਟਰੀਅਲ ਪਾਰਕ ਹੋਏਗਾ। ਲੇਕਿਨ ਪਿਛਲੇ ਦਿਨਾਂ 'ਚ ਅਸੀਂ ਦੇਖਿਆ ਕਿ ਗੁਆਂਢੀ ਸੂਬੇ ਜਿਹੜੇ ਪੰਜਾਬ ਦੇ ਨੇ, ਹਰਿਆਣਾ ਦਿੱਲੀ ਦੇ ਨਾਲ ਗੁੜਗਾਉਂ ਲੱਗਦਾ ਹੈ, ਦਿੱਲੀ ਦੇ ਨਾਲ ਫਰੀਦਾਬਾਦ ਲੱਗਦਾ ਹੈ, ਇਸ ਕਰਕੇ ਜ਼ਿਆਦਾ ਇੰਡਸਟਰੀ ਹਰਿਆਣਾ ਵਾਲੇ ਪਾਸੇ ਗਈ। ਹਿਮਾਚਲ ਦੀ ਗੱਲ ਕੀਤੀ ਜਾਵੇ, ਹਿਮਾਚਲ ਪਹਾੜੀ ਸੂਬਾ, ਕੇਂਦਰ ਸਰਕਾਰ ਨੇ ਕਈ ਸਾਰੇ ਉੱਥੇ ਸਬਸਿਡੀ ਦਿੱਤੀ ਹੋਈ ਹੈ, ਇਸ ਕਰਕੇ ਉਧਰਲੇ ਪਾਸੇ ਸ਼ਿਫਟ ਹੋ ਗਿਆ, ਪੰਜਾਬ ਤੋਂ ਸ਼ਿਫਟ ਹੋ ਗਿਆ। ਅਜਿਹੇ 'ਚ ਪੰਜਾਬ ਦੇ ਲਈ ਕਿੰਨਾ ਚੈਲੰਜ ਰਹੇਗਾ ਜਦੋਂ ਅਸੀਂ ਲਗਾਤਾਰ ਜ਼ਿਕਰ ਕਰ ਰਹੇ ਹਾਂ ਕਿ ਚਾਈਨਾ ਦੀ ਇੰਡਸਟਰੀ ਪੰਜਾਬ ਆਏਗੀ, ਜਦੋਂ ਅਸੀਂ ਲਗਾਤਾਰ ਜ਼ਿਕਰ ਕਰ ਰਹੇ ਹਾਂ ਕਿ ਨਵੇਂ ਸਟਾਰਟਅਪ ਤੋਂ, ਕਿਉਂਕਿ ਨਵੇਂ ਸਟਾਰਟਅਪ ਨੂੰ ਲੈ ਕੇ ਤੁਸੀਂ ਬਹੁਤ ਕੰਮ ਕੀਤਾ, ਨਵੇਂ ਸਟਾਰਟਅਪ ਜਦੋਂ ਨੌਕਰੀਆਂ ਆ ਰਹੀਆਂ ਨੇ, ਤੁਹਾਡੇ ਤੇ ਬਹੁਤ ਸਾਰੀਆਂ ਉਮੀਦਾਂ ਨੇ। ਇਹ ਸਹੀ ਹੈ ਕਿ ਹਰਿਆਣਾ ਨੂੰ ਕੁਝ ਐਡਵਾਂਟੇਜਸ ਨੇ, ਹਿਮਾਚਲ ਨੂੰ ਕੁਝ ਐਡਵਾਂਟੇਜਸ ਨੇ, ਲੇਕਿਨ ਪੰਜਾਬ ਦੇ ਜੋ ਐਡਵਾਂਟੇਜਸ ਨੇ ਉਹ ਵੀ ਬਹੁਤ ਸੋਲਿਡ ਐਡਵਾਂਟੇਜਸ ਨੇ। ਸਾਡੇ ਇੱਥੇ ਜੋ ਸਭ ਤੋਂ ਵੱਡੀ ਗੱਲ ਹੈ ਕਿ ਸਾਡੀ ਲੇਬਰ ਬਹੁਤ ਹੀ ਪ੍ਰੋਡਕਟਿਵ, ਬਹੁਤ ਹੀ ਕੰਮ ਨੂੰ ਸਮਝਣ ਵਾਲੀ ਸਾਡੀ ਮੈਨ ਪਾਵਰ ਹੈ। ਸਾਡੀ ਪਾਵਰ ਸਿਚੁਏਸ਼ਨ ਅੱਛੀ ਹੈ, ਸਾਡਾ ਇਨਫਰਾਸਟ੍ਰਕਚਰ ਅੱਛਾ ਹੈ। ਇਹੀ ਵਜ੍ਹਾ ਹੈ ਕਿ ਪੰਜਾਬ ਦੇ ਵਿੱਚ ਪਿਛਲੇ 3 ਸਾਲਾਂ 'ਚ 60,000 ਕਰੋੜ ਤੋਂ ਵੀ ਉੱਪਰ ਦੀ ਨਵੀਂ ਇਨਵੈਸਟਮੈਂਟ ਐਕਚੁਅਲੀ ਆਈ ਹੈ ਔਰ ਕਈ ਪ੍ਰੋਜੈਕਟ ਉਹ ਆਲਰੇਡੀ ਚਾਲੂ ਨੇ ਹੋ ਗਏ ਨੇ ਔਰ ਕੁਝ ਬੜੇ ਐਡਵਾਂਸ ਸਟੇਜ 'ਤੇ ਨੇ, ਦਿਖਦੇ ਨੇ ਪ੍ਰੋਜੈਕਟ। ਮੈਂ MOUs ਦੀ ਗੱਲ ਨਹੀਂ ਕਰਦੀ ਕਦੇ ਵੀ। ਸੋ ਹੁਣ ਮੈਨੂੰ ਪੂਰੀ ਆਸ ਹੈ ਕਿ ਜਿਸ ਤਰ੍ਹਾਂ ਅਸੀਂ ਸਾਰੇ ਹੰਬਲਾ ਮਾਰ ਰਹੇ ਹਾਂ ਕਿ ਇੱਕ ਰਾਜਪੁਰੇ ਦੇ ਨੇੜੇ ਮੈਗਾ ਇੰਡਸਟਰੀਅਲ ਪਾਰਕ, ਗਵਰਨਮੈਂਟ ਆਫ ਇੰਡੀਆ ਵੀ ਉਸ 'ਚ ਪੁਰਾਣੀ ਸਕੀਮ ਹੈ, ਸਪੋਰਟ ਕਰ ਰਹੀ ਹੈ। ਇੱਕ ਲੁਧਿਆਣੇ ਦੇ ਨੇੜੇ ਮੱਤੇਵਾੜਾ 'ਚ ਇੰਡਸਟਰੀਅਲ ਪਾਰਕ ਔਰ ਇੱਕ ਬਠਿੰਡੇ 'ਚ। ਇਹ ਸਾਰੇ ਪਾਰਕਸ ਬੜੇ ਅੱਛੀ ਲੋਕੇਸ਼ਨਸ 'ਤੇ ਨੇ। ਸਾਨੂੰ ਪੂਰੀ ਆਸ ਹੈ ਕਿ ਇੱਥੇ ਇੰਡਸਟਰੀ ਜ਼ਰੂਰ ਆਏਗੀ। ਅਸੀਂ ਪੂਰੀ ਤਨਦੇਹੀ ਦੇ ਨਾਲ ਇਹਨਾਂ ਨੂੰ ਇੰਡਸਟਰੀ ਨੂੰ ਅਟਰੈਕਟ ਕਰਾਂਗੇ ਕਿਉਂਕਿ ਸਾਨੂੰ ਲੱਗਦਾ ਹੈ ਕਿ ਇਹੀ ਇੱਕ ਤਰੀਕਾ ਹੈ ਕਿ ਸਾਡੇ ਨੌਜਵਾਨਾਂ ਨੂੰ ਵਧੀਆ ਉਪਰਾਲੇ ਇੱਥੇ ਮਿਲਣ, ਇੰਪਲੋਇਮੈਂਟ ਮਿਲੇ ਔਰ ਉਹ ਇੱਥੇ ਆਪਣੀ ਵਧੀਆ ਜ਼ਿੰਦਗੀ ਬਤੀਤ ਕਰਨ। ਸੋ ਅਸੀਂ ਪੂਰਾ ਜ਼ੋਰ ਲਗਾ ਦਿਆਂਗੇ। ਮੈਮ, ਕਿਉਂਕਿ ਤੁਸੀਂ ਵੱਖ-ਵੱਖ ਮਹਿਕਮਿਆਂ 'ਚ ਕੰਮ ਕੀਤਾ ਹੈ, ਤੁਸੀਂ ਇਨਵੈਸਟਰ ਪੱਖੋਂ ਕੰਮ ਕੀਤਾ, ਈ ਗਵਰਨੈਂਸ 'ਤੇ ਤੁਸੀਂ ਬਹੁਤ ਸਾਰੇ ਫੈਸਲੇ ਲਏ,
ਡਾਕਟਰ ਮਨਮੋਹਨ ਸਿੰਘ ਦੀ ਸਰਕਾਰ 'ਚ ਤੁਸੀਂ ਕੰਮ ਕੀਤਾ ਹੈ। ਹੁਣ ਪੰਜਾਬ ਸਰਕਾਰ, ਕਿਉਂਕਿ 87 ਤੁਹਾਡਾ ਬੈਚ ਹੈ, 2022 ਤੱਕ ਤੁਸੀਂ CS ਰਹਿਣਾ ਹੈ, ਤਾਂ ਕੀ ਜਿਹੜਾ ਤੁਹਾਡਾ ਰੋਡ ਮੈਪ ਹੈ, ਕੀ ਤਬਦੀਲੀਆਂ ਕੀਤੀਆਂ ਮਹਿਕਮੇ 'ਚ ਕੀਤੀਆਂ ਜਾਣਗੀਆਂ? ਕਿਉਂਕਿ ਗਵਰਨੈਂਸ ਦੀ ਜਦੋਂ ਗੱਲ ਕੀਤੀ ਜਾਂਦੀ ਤਾਂ ਕਈ ਸਾਰੀਆਂ ਤਬਦੀਲੀਆਂ ਤੁਸੀਂ ਪਹਿਲਾਂ ਵੀ ਬੋਲਡ ਡਿਸੀਜਨ ਲਏ, ਹੁਣ ਕੀ 2022 ਤੋਂ ਪਹਿਲਾਂ ਤਾਂ ਕਿ ਪੰਜਾਬ ਲਈ ਆਪਣੇ ਪੈਰਾਂ ਤੇ ਆਵੇ, ਔਰ ਕਿਸ ਤਰੀਕੇ ਦੀ ਤੁਹਾਡੀ ਵੱਖ-ਵੱਖ ਮਹਿਕਮਿਆਂ ਦੀ ਸਖਤ ਬੋਲਡ ਡਿਸੀਜਨ ਜਿੰਦੇ ਕਰਕੇ ਤੁਸੀਂ ਜਾਣੇ ਜਾਂਦੇ ਉਹ ਲਿੱਤੇ ਜਾਣਗੇ? ਮੈਂ ਤਾਂ ਬੇਸਿਕਲੀ ਦੋ ਤਰੀਕੇ ਨਾਲ ਆਪਣੀ ਜ਼ਿੰਮੇਵਾਰੀ ਦੇਖਦੀ ਹਾਂ। ਇੱਕ ਤਾਂ ਕਿ ਵੱਖ-ਵੱਖ ਸਰਕਾਰੀ ਮਹਿਕਮੇ ਆਪਣਾ ਕੰਮ ਕਰਦੇ ਨੇ, ਕਈ ਵਾਰੀ ਇੱਕ ਔਰ ਦੋ ਮਹਿਕਮਿਆਂ ਦੀ ਆਪਸ ਦੇ ਵਿੱਚ ਤਾਲਮੇਲ ਦੀ ਕਮੀ ਕਰਕੇ ਕਈ ਫੈਸਲੇ ਰੁਕ ਜਾਂਦੇ ਨੇ। ਸੋ ਅਗਰ ਉਹ ਤਾਲਮੇਲ ਵਧੀਆ ਹੋ ਜਾਏ, ਫੈਸਲੇ ਛੇਤੀ ਲਏ ਜਾਣ, ਤਾਂ ਕਈ ਸਕੀਮਾਂ ਕਈ ਪਾਲਿਸੀਆਂ ਦਾ ਫਾਇਦਾ ਲੋਕਾਂ ਤੱਕ ਪਹੁੰਚ ਜਾਂਦਾ ਹੈ। ਸੋ ਸਭ ਤੋਂ ਪਹਿਲੀ ਮੈਂ ਸਮਝਦੀ ਹਾਂ ਜ਼ਿੰਮੇਵਾਰੀ ਚੀਫ ਸੈਕਟਰੀ ਦੀ ਜੋ ਮੈਂ ਨਿਭਾਉਣਾ ਚਾਹਾਂਗੀ ਉਹ ਇਹ ਹੈ ਕਿ ਵੱਖ-ਵੱਖ ਮਹਿਕਮੇ ਦੀਆਂ ਜੋ ਪਬਲਿਕ ਇੰਟਰਸਟ ਦੇ ਕਾਰਜ ਨੇ, ਜੋ ਕਰਨ ਦੇ ਨਾਲ ਪਬਲਿਕ ਨੂੰ ਇੱਕ ਬੈਟਰ ਪ੍ਰਸ਼ਾਸਨ ਮਿਲੇਗਾ, ਉਹ ਅਸੀਂ ਛੇਤੀ ਤੋਂ ਛੇਤੀ ਸਾਰੇ ਮੁੱਦੇ ਨਿਬੇੜ ਦਈਏ ਔਰ ਅੱਗੇ ਵਧੀਏ ਚੰਗੀਆਂ ਪਾਲਿਸੀਜ਼ ਦੇ ਨਾਲ ਔਰ ਚੰਗੀ ਕਾਰਗੁਜ਼ਾਰੀ ਦੇ ਨਾਲ। ਔਰ ਦੂਸਰਾ ਮੈਨੂੰ ਲੱਗਦਾ ਇੱਕ ਵੱਡਾ ਐਸਪੈਕਟ ਸਾਡਾ ਇਹ ਹੋਣਾ ਚਾਹੀਦਾ ਹੈ ਕਿ ਸਾਡੇ ਲੋਕ ਇੱਕ ਉਮੀਦ ਕਰਦੇ ਨੇ ਕਿ ਉਹਨਾਂ ਨੂੰ ਸੁਚੱਜਾ ਪ੍ਰਸ਼ਾਸਨ ਮਿਲੇਗਾ, ਉਹਨਾਂ ਨੂੰ ਅਗਰ ਕੋਈ ਸ਼ਿਕਾਇਤ ਹੋਏਗੀ ਤਾਂ ਸ਼ਿਕਾਇਤ ਦਾ ਨਿਵਾਰਨ ਹੋਏਗਾ, ਨਿਵਾਰਨ ਨਹੀਂ ਹੋਏਗਾ ਤਾਂ ਘੱਟੋ ਘੱਟ ਸੁਣਵਾਈ ਤਾਂ ਹੋਏਗੀ। ਸੋ ਮੈਂ ਇਸ ਚੀਜ਼ ਵੱਲ ਵੀ ਧਿਆਨ ਆਪਣਾ ज़्यादा देना ਚਾਹੁੰਦੀ ਹਾਂ। ਅਗਰ ਕਿਸੇ ਸਰਕਾਰੀ ਅਧਿਕਾਰੀ ਖਿਲਾਫ ਕੋਈ ਸ਼ਿਕਾਇਤ ਮਿਲਦੀ ਹੈ, ਕਿਉਂਕਿ ਕਈ ਥਾਵਾਂ ਤੇ ਅਸੀਂ ਦੇਖਦੇ ਹਾਂ ਕਿ ਕੰਮ ਉਸ ਤਰੀਕੇ ਨਾਲ ਨਹੀਂ ਕਰਦੇ, ਕਈ ਥਾਵਾਂ ਤੇ ਅਸੀਂ ਦੇਖਦੇ ਹਾਂ ਕਿ ਪੈਸੇ ਮੰਗ ਲੈਂਦੇ ਨੇ, ਉੱਥੇ ਸਖਤ ਐਕਸ਼ਨ ਤੁਹਾਡੇ ਵੱਲੋਂ ਲਿੱਤਾ ਜਾਏਗਾ? ਇੰਡੀਵਿਜੂਅਲ ਕੇਸਿਸ ਦੇ ਬਜਾਏ ਮੈਂ ਸਮਝਦੀ ਹਾਂ ਕਿ ਥੋੜਾ ਇੱਕ ਸਿਸਟਮ ਨੂੰ ਠੀਕ ਕਰਨਾ ਜ਼ਿਆਦਾ ਜ਼ਰੂਰੀ ਹੈ। ਸੋ ਮੈਂ ਚਾਹਾਂਗੀ ਕਿ ਉਸ ਨੂੰ ਸਿਸਟਮੈਟਿਕਲੀ ਦੇਖਣਾ ਕਿ ਕੀ ਪ੍ਰੋਬਲਮ ਕਿਉਂ ਆ ਰਹੀ ਹੈ ਔਰ ਕੀ ਉਸ ਪ੍ਰੋਬਲਮ ਦਾ ਕੋਈ ਅਜਿਹਾ ਹੱਲ ਹੈ ਕਿ ਉਹ ਇੰਡੀਵਿਜੂਅਲ ਤੇ ਡਿਪੈਂਡੈਂਟ ਨਾ ਰਹੇ। ਇਹ ਨਾ ਹੋਏ ਕਿ ਅਗਰ ਅੱਜ ਇੱਕ ਅਫਸਰ ਦੇਖਦਾ ਹੈ ਤਾਂ ਠੀਕ ਚੱਲੇ, ਅਗਰ ਕਿਤੇ ਹੋਰ ਕੁਝ ਦੇਖ ਰਿਹਾ ਹੈ ਤਾਂ ਫਿਰ ਉਹੀ ਹਾਲਾਤ ਹੋ ਜਾਣ। ਸੋ ਮੇਰਾ ਫੋਕਸ ਮੈਂ ਜ਼ਰੂਰ ਇਸ ਚੀਜ਼ 'ਤੇ ਰੱਖਣਾ ਚਾਹਾਂਗੀ ਕਿ ਸਰਵਿਸ ਡਿਲੀਵਰੀ ਸਿਟੀਜ਼ਨਸ ਨੂੰ ਚੰਗੀ ਮਿਲੇ। ਅਗਰ ਇੰਤਕਾਲ ਨਹੀਂ ਹੋ ਰਹੇ ਤਾਂ ਇੰਤਕਾਲਾਂ ਦੇ ਪਿੱਛੇ ਪੈ ਕੇ ਉਹਨਾਂ ਨੂੰ ਤਾਂ ਸਾਰੇ ਦੇ ਸਾਰੇ ਇੰਤਕਾਲ ਫਿਰ ਹੋਣੇ ਚਾਹੀਦੇ ਨੇ, ਨੋਟ ਕਿ ਇੱਕ ਜਣਾ ਆਪਣੀ ਸ਼ਿਕਾਇਤ ਕਰੇ ਔਰ ਉਹਦਾ ਹੱਲ ਹੋ ਜਾਏ। ਮੈਂ ਉਸ ਨੂੰ ਆਪਣੀ ਕਾਮਯਾਬੀ ਨਹੀਂ ਮੰਨਦੀ। ਮੈਂ ਚਾਹੁੰਦੀ ਹਾਂ ਕਿ ਇੱਕ ਸਿਸਟਮ ਬਣੇ ਜਿਹਦੇ ਵਿੱਚ ਹਰ ਇੱਕ ਆਪਣਾ ਕਨਵੀਨੀਐਂਟਲੀ ਕੰਪਲੇਂਟ ਪਾਏ, ਚਾਹੇ ਇੱਕ ਕਾਲ ਸੈਂਟਰ ਵੀ ਹੋਏ, ਇੱਕ ਪੋਰਟਲ ਵੀ ਹੋਏ, ਕੰਪਲੇਂਟ ਪਾਏ, ਉਹ ਕੰਪਲੇਂਟ ਜਾਏ ਸੰਬੰਧਿਤ ਅਫਸਰ ਨੂੰ। ਸੰਬੰਧਿਤ ਅਫਸਰ ਦੀ ਜ਼ਿੰਮੇਵਾਰੀ ਹੈ ਕਿ ਉਹ ਕੰਪਲੇਂਟ ਦਾ ਸਮਾਧਾਨ ਕਰੇ। ਇਹ ਸਾਰਾ ਪਾਈਪਲਾਈਨ ਵਿੱਚ ਹੈ, ਇਹ ਸਾਰਾ ਇਸ ਤਰੀਕੇ ਨਾਲ ਪਲਾਨ ਕੀਤਾ ਜਾਏਗਾ ਕਿ ਕਾਲ ਸੈਂਟਰ ਬਣਾਇਆ ਜਾਵੇ ਜਿੱਥੇ ਕੁਝ ਸ਼ਿਕਾਇਤਾਂ ਆਉਣ? ਹਾਂਜੀ, ਇਹ ਆਲਰੇਡੀ ਇੱਕ ਪਾਲਿਸੀ ਕੈਬਨਿਟ ਨੇ ਅਪਰੂਵ ਕਰ ਦਿੱਤੀ ਹੈ। ਇਹਦਾ ਸਟਰਕਚਰ ਆਰਕੀਟੈਕਚਰ ਸਾਰਾ ਅਪਰੂਵਡ ਹੈ, ਇਹਦਾ IT ਸਿਸਟਮ ਬਣ ਗਿਆ ਹੋਇਆ ਹੈ। ਹੁਣ ਇੱਕ ਮਹਿਕਮੇ ਦੇ ਨਾਲ ਮਿਲ ਕੇ ਉਹਨਾਂ ਦੇ ਕਿਹੜੇ ਅਧਿਕਾਰੀ ਨੇ ਜਿਹੜੇ ਸਮਾਧਾਨ ਕਰਨਗੇ, ਅਪੀਲ ਕਿੱਥੇ ਜਾਏਗੀ, ਉਹ ਵਰਕਆਊਟ ਹੋ ਰਿਹਾ ਹੈ। ਐਂਡ ਡੈਫੀਨੇਟਲੀ 2020 ਦੇ ਵਿੱਚ ਮੇਰਾ ਟੀਚਾ ਹੈ ਕਿ ਇਹ ਪੂਰਾ ਰੋਲ ਆਊਟ ਹੋ ਜਾਏ ਤਾਂ ਕਿ ਕਿਸੇ ਨੂੰ ਲੱਭਣਾ ਨਾ ਪਏ ਕਿ ਚੀਫ ਸੈਕਟਰੀ ਕੌਣ ਹੈ, ਉਹਦਾ ਕੀ ਮੋਬਾਈਲ ਨੰਬਰ ਹੈ, ਉਹਨੂੰ WhatsApp ਕਿਸ ਤਰ੍ਹਾਂ ਪਾਈਏ। ਉਹ ਸਿਸਟਮ 'ਚ ਜਾਣ, ਉਹਨਾਂ ਨੂੰ ਕੌਨਫੀਡੈਂਸ ਹੋਵੇ ਕਿ ਅਸੀਂ ਅਗਰ ਇਸ ਸਿਸਟਮ 'ਚ ਜਾਵਾਂਗੇ ਤਾਂ ਸਾਡੀ ਕੰਪਲੇਂਟ ਦੇਖੀ ਜਾਏਗੀ, ਸੁਣੀ ਜਾਏਗੀ। ਹੋ ਸਕਦਾ ਹਰ ਕੰਪਲੇਂਟ ਦਾ ਸਮਾਧਾਨ ਨਾ ਹੋਵੇ, ਲੇਕਿਨ ਉਸ ਨੂੰ ਬਿਲਕੁਲ ਧਿਆਨ ਦੇ ਨਾਲ ਗੌਰਿਆ ਜਾਏਗਾ। ਇਹ ਯਕੀਨੀ ਬਣਾਉਣਾ ਇਹ ਮੇਰਾ ਟੀਚਾ ਹੈ। ਮੈਮ, ਇੱਕ ਸਵਾਲ ਹਮੇਸ਼ਾ ਪੰਜਾਬ ਦੇ ਵਿੱਚ ਇਹ ਪਿਛਲੇ ਦਿਨਾਂ 'ਚ ਨਜ਼ਰ ਆਇਆ ਕਿ ਸਿਆਸਤਦਾਨਾਂ ਔਰ ਬਿਊਰੋਕ੍ਰੇਸੀ ਦੀ ਆਪਸ 'ਚ ਬਣਦੀ ਨਹੀਂ। ਕਈ ਥਾਵਾਂ ਤੇ ਸ਼ਿਕਾਇਤਾਂ ਸਿਆਸਤਦਾਨ ਕਰਦੇ ਨੇ, ਇਹ ਚੀਜ਼ਾਂ ਤੁਸੀਂ ਕਿਵੇਂ ਦੂਰ ਕਰੋਗੇ? ਮੈਨੂੰ ਲੱਗਦਾ ਹੈ ਕਿ ਸਿਆਸਤਦਾਨ ਵੀ ਪਬਲਿਕ ਇੰਟਰਸਟ ਵਿੱਚ ਸਿਆਸਤ 'ਚ ਆਉਂਦੇ ਨੇ, ਬਿਊਰੋਕਰੈਟ ਵੀ ਪਬਲਿਕ ਇੰਟਰਸਟ ਵਾਸਤੇ ਹੀ ਨੌਕਰੀ 'ਚ ਆਉਂਦੇ ਨੇ। ਸੋ ਦੋਨਾਂ ਦਾ ਇੰਟਰਸਟ ਇਹਨਾਂ ਦੇ ਅਲਾਈਨਡ ਹੈ। ਹਾਂ, ਜ਼ਰੂਰ ਦੇਖਣ ਦਾ ਨਜ਼ਰੀਆ ਕਈ ਵਾਰੀ ਅੱਡ-ਅੱਡ ਹੋ ਜਾਂਦਾ ਹੈ ਜਿਹਦੇ ਨਾਲ ਮਤਭੇਦ ਹੋ ਜਾਂਦੇ ਨੇ, ਲੇਕਿਨ ਜੋ ਸਿਆਸਤਦਾਨ ਜੋ ਗਰਾਊਂਡ ਲੈਵਲ ਨੌਲੇਜ ਜੋ ਉਹਨਾਂ ਦੀ ਹੈ ਕਿ ਲੋਕਾਂ ਨੂੰ ਕਿਸ ਚੀਜ਼ ਦੀ ਤਕਲੀਫ ਹੈ, ਕਿਸ ਚੀਜ਼ ਨੂੰ ਉਹ ਚਾਹੁੰਦੇ ਨੇ, ਉਹ ਮੈਨੂੰ ਲੱਗਦਾ ਹੈ ਕਿ ਇੱਕ ਬਹੁਤ ਹੀ ਅਹਿਮ ਇੱਕ ਨੌਲੇਜ ਹੈ
ਜਿਹੜਾ ਅਫਸਰਾਂ ਨੂੰ ਧਿਆਨ 'ਚ ਰੱਖਣਾ ਚਾਹੀਦਾ ਹੈ ਔਰ ਉਸ ਨੂੰ ਮੱਦੇਨਜ਼ਰ ਰੱਖ ਕੇ ਆਪਣੀ ਕਾਰਗੁਜ਼ਾਰੀ ਆਪਣੇ ਪਾਲਿਸੀਜ਼ 'ਤੇ ਉਸ ਦਾ ਪ੍ਰਭਾਵ ਲਿਆਉਣਾ ਚਾਹੀਦਾ ਹੈ। ਆਪਣੇ ਜੋ ਸਕੀਮਾਂ ਹੋਣ ਉਸ 'ਚ ਉਹਨਾਂ ਦੀ ਯੂਜ਼ ਕਰਨਾ ਚਾਹੀਦਾ ਹੈ। ਸੋ ਮੈਨੂੰ ਤਾਂ ਮੈਂ ਤਾਂ ਇਹ ਨਹੀਂ ਕਹਿ ਸਕਦੀ ਕਿ ਕਦੀ ਵੀ ਕਿਸੇ ਪੋਲੀਟੀਸ਼ੀਅਨ ਨਾਲ ਮੇਰੀ ਨਹੀਂ ਝੜਪ ਹੋਈ, ਪਰ ਝੜਪ ਤਾਂ ਪਰਿਵਾਰ ਦੇ ਵਿੱਚ ਵੀ ਹੋ ਜਾਂਦੀ ਹੈ, ਆਪਣੇ ਬੱਚਿਆਂ ਨਾਲ, ਮਾਪਿਆਂ ਨਾਲ, ਦੂਸਰੇ ਸਾਥੀ ਅਫਸਰਾਂ ਨਾਲ। ਸੋ ਛੁੱਟ-ਪੁੱਟ ਝੜਪਾਂ ਤਾਂ ਕਦੀ ਵੀ ਹੋ ਹੀ ਸਕਦੀਆਂ ਨੇ ਇੰਟਰਪਰਸਨਲ, ਕਦੀ ਗਲਤਫਹਿਮੀ ਕਰਕੇ, ਲੇਕਿਨ ਐਜ਼ ਅ ਗਰੁੱਪ ਮੇਰੇ ਖਿਆਲ ਹੈ ਆਮ ਤੌਰ 'ਤੇ ਪੋਲੀਟੀਸ਼ੀਅਨ ਔਰ ਬਿਊਰੋਕਰੈਟਸ ਇਕੱਠੇ ਚਲੇ ਨੇ। ਪੰਜਾਬ ਦੇ ਵਿੱਚ ਹਮੇਸ਼ਾ ਤੋਂ ਇਹ ਸਟਰੈਂਥ ਰਹੀ ਹੈ ਕਿ ਆਫਿਸਰਸ ਐਂਡ ਮਿਨਿਸਟਰਸ ਹੋਣ, ਚਾਹੇ ਐਮਐਲਏਜ਼ ਹੋਣ, ਚਾਹੇ ਦੂਸਰੇ, ਉਹ ਹਮੇਸ਼ਾ ਅੱਛੇ ਤਰੀਕੇ ਦੇ ਨਾਲ ਆਪਣਾ ਜੁਆਇੰਟਲੀ ਪਬਲਿਕ ਇੰਟਰਸਟ ਵਿੱਚ ਉਹਨਾਂ ਨੇ ਕੰਮ ਕੀਤਾ ਐਂਡ ਆਈ ਐਮ ਸ਼ੋਰ ਕੰਮ ਇਸੇ ਤਰ੍ਹਾਂ ਅਸੀਂ ਕਰਦੇ ਰਹਾਂਗੇ। ਇਹ ਸਹਿਯੋਗੀ ਹੈ ਕਿ ਗੁਆਂਢੀ ਸੂਬੇ ਹਰਿਆਣਾ ਦੇ ਮੁੱਖ ਸਕੱਤਰ ਵੀ ਮਹਿਲਾ ਨੇ ਔਰ ਤੁਸੀਂ ਵੀ ਮਹਿਲਾ, ਔਰ ਮਹਿਲਾਵਾਂ ਨੂੰ ਇਸ ਹਿਸਾਬ ਨਾਲ ਬਹੁਤ ਬੂਸਟ ਮਿਲਦਾ ਜਦੋਂ ਇਸ ਤਰੀਕੇ ਨਾਲ ਮੁੱਖ ਸਕੱਤਰ ਦੀ ਜ਼ਿੰਮੇਵਾਰੀ ਸੰਭਾਲੋ। ਤੁਹਾਡੇ ਲਈ ਕੋਈ ਚੈਲੰਜ ਆਇਆ ਸੀਗਾ? ਸ਼ੁਰੂਆਤ ਜਿਵੇਂ ਤੁਸੀਂ ਕੀਤੀ, ਡਾਕਟਰ ਮਨਮੋਹਨ ਸਿੰਘ ਨਾਲ ਵੀ ਕੰਮ ਕੀਤਾ, ਤੁਸੀਂ ਵੱਖ-ਵੱਖ ਮਹਿਕਮਿਆਂ ਦੇ ਵਿੱਚ ਕੰਮ ਕੀਤਾ, ਕੋਈ ਅਜਿਹਾ ਪਲ ਜਿਹੜਾ ਤੁਹਾਨੂੰ ਯਾਦ ਹਮੇਸ਼ਾ ਰਹੇ? ਅਗਰ ਤੁਹਾਡਾ ਸਵਾਲ ਬਤੌਰ ਮਹਿਲਾ ਅਫਸਰ ਦੇ ਨਾਤੇ ਹੈ ਤਾਂ ਫਰੈਂਕਲੀ ਮੈਨੂੰ ਆਪਣੀ ਜ਼ਿੰਦਗੀ 'ਚ ਹੋ ਸਕਦਾ ਹੈ ਮੈਂ ਬਹੁਤ ਹੀ ਜ਼ਿਆਦਾ ਖੁਸ਼ਕਿਸਮਤ ਰਹੀ। ਮੈਨੂੰ ਮਹਿਲਾ ਹੋਣ ਦੇ ਨਾਤੇ ਕਦੀ ਵੀ ਕੋਈ ਨੈਗੇਟਿਵਿਟੀ ਨਹੀਂ ਮਿਲੀ। ਸਾਰੇ ਮੇਰੇ ਕੁਲੀਗਸ, ਚਾਹੇ ਸੀਨੀਅਰ ਸੀ, ਜੂਨੀਅਰ ਸੀ ਜਾਂ ਮੇਰੇ ਹਾਣ ਦੇ ਸੀਗੇ, ਸਭ ਨੇ ਮੈਨੂੰ ਇੱਕ ਆਫਿਸਰ ਦੇ ਤੌਰ ਤੇ ਟਰੀਟ ਕੀਤਾ, ਇੱਕ ਪ੍ਰੋਫੈਸ਼ਨਲ ਦੇ ਤੌਰ ਤੇ ਟਰੀਟ ਕੀਤਾ ਔਰ ਮੈਂ ਹੁਣ ਵੀ ਆਸ ਕਰਦੀ ਹਾਂ ਕਿ ਮੈਨੂੰ ਇੱਕ ਪ੍ਰੋਫੈਸ਼ਨਲ ਦੇ ਤੌਰ ਤੇ ਹੀ ਟਰੀਟ ਕੀਤਾ ਜਾਵੇਗਾ। ਲੇਕਿਨ ਮੈਂ ਇਸ ਚੀਜ਼ ਨੂੰ ਵੀ ਸਮਝਦੀ ਹਾਂ ਕਿ ਸਾਰੀਆਂ ਔਰਤਾਂ ਇੰਨੀਆਂ ਖੁਸ਼ਕਿਸਮਤ ਨਹੀਂ ਹੁੰਦੀਆਂ। ਔਰਤਾਂ ਦੇ ਨਾਲ ਕਈ ਵਾਰੀ ਪ੍ਰੋਫੈਸ਼ਨਲ ਲਾਈਫ ਦੇ ਵਿੱਚ ਧੱਕਾ ਹੁੰਦਾ ਹੈ ਔਰ ਉਹਨਾਂ ਨੂੰ ਵੱਖ-ਵੱਖ ਕਿਸਮ ਦੀਆਂ ਮੁਸ਼ਕਿਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੋ ਮੈਂ ਉਹਨਾਂ ਔਰਤਾਂ ਨੂੰ ਬਹੁਤ ਹੀ ਸਲੂਟ ਕਰਦੀ ਹਾਂ ਕਿ ਮੁਸ਼ਕਿਲਾਂ ਤਾਂ ਹੋਣ ਦੇ ਬਾਵਜੂਦ ਉਹ ਆਪਣਾ ਕੰਮ ਬਹੁਤ ਚੰਗੇ ਤਰੀਕੇ ਨਾਲ ਜਦੋਂ ਕਰਦੀਆਂ ਨੇ ਤਾਂ। ਧੰਨਵਾਦ। ਤਾਂ ਮੁੱਖ ਸਕੱਤਰ ਖੁੱਲ੍ਹ ਕੇ ਦੱਸਿਆ ਕਿ ਪੰਜਾਬ ਨੂੰ ਲੈ ਕੇ ਵਿਜ਼ਨ ਕੀ ਹੈ ਔਰ ਕਿਸ ਤਰੀਕੇ ਦੇ ਨਾਲ ਪੰਜਾਬ ਅੱਗੇ ਕੰਮ ਕਰੇਗਾ। ਕੈਮਰਾਮੈਨ ਰਜਿੰਦਰ ਦੇ ਨਾਲ ਪੰਕਜ ਕਪਾਈ, ਨਿਊਜ਼ 18 ਚੰਡੀਗੜ੍ਹ।